ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂੰਹ ਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਆਂਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਬਾੜਿਆ ਗਈ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੁਹੀ ਸ਼ਾਂਤ ਮਹਲਾ ਪੰਜਵਾ। ਘਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ। ਤੂੰ ਠਾਕੁਰ ਵੈਰਾਗੁਰੂ, ਮੈਂ ਜਿਹੀ ਕਾਂਜੀਆ। ਤੂੰ ਸਾਗਰੋ ਰਤਨਾਗਰੋ, ਸੰਸਾਰ ਨ ਜਾਣਾ ਤੇਰੀਆਂ। ਸਾਰ ਨ ਜਾਣਾ ਤੂੰ ਵਡਦਾਨਾ, ਕਰ ਮੇਰਾ ਮਤ ਸਾਈ। ਕਿਰਪਾ ਕੀਜੈ ਸਾਮਤ ਦੀਜੈ, ਆਜ ਪਹਿਰ ਤੁਧ ਧਿਆਈ। ਗਰਭ ਨ ਕੀਜੈ ਰੇਣ ਹੋ ਬੀਜੈ, ਤਾਂ ਬਤ ਜਿਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਜੀਆ। ਤੁਮ ਗੌਰਿਅਤ ਗਹਿ ਗੰਭੀਰਾ, ਤੁਮ ਪੀਰ ਹਮ ਗੌਰਿਆ ਰਾਮ। ਤੁਮ ਵੱਡੇ ਵੱਡੇ ਬਾਜ ਉੱਚੇ, ਪੌਂਤ ਨੀਕ ਲਹਰਿਆ ਰਾਮ। ਕਉ ਕਿਛ ਨਾਹੀ ਏਕ ਤੁਮ ਹੈ, ਆਪੇ ਆਪ ਸੁਜਾਨਾ। ਅੰਮ੍ਰਿਤ ਦਿਸ਼ਟ ਨਿੰਮ ਪ੍ਰਭ ਜੀਵਾ, ਸਰਬ ਰੰਗ ਰਸ ਮਾਨਾ। ਚਰਣੈ ਸਰਣੀ ਦਾਸ ਦਾਸੀ, ਮਨ ਮੌਲਾ ਮਨ ਹਈਆ। ਨਾਨਕ ਠਾਕੁਰ ਸਰਬ ਸਮਾਨਾ, ਆਪਨ ਭਾਵਨ ਕਰਿਆ। ਤੁਝ ਉਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਕਾਣਾ ਰਾਮ। ਸੁਧ ਮਤ ਚਤੁਰਾਈ ਤੇਰੀ, ਤੂੰ ਜਾਣੈ ਜਾਣਾ ਰਾਮ। ਸੋਈ ਜਾਣੈ ਸੋਈ ਪਛਾਣੈ, ਜਾ ਕੋ ਨਦਰ ਸਰਿੰਦੇ। ਮਨ ਮੁਖ ਭੂਲੀ ਬਹੁਤੀ ਰਾਹੀ, ਪਾਥੀ ਮਾਇਆ ਫੰਦੇ। ਠਾਕੁਰ ਭਾਈ ਸਭ ਗੁਣਵੰਤੀ, ਤਿਨਹੀ ਸਭ ਰੰਗ ਮਾਣਾ। ਨਾਨਕ ਕੀ ਧਰ ਤੂੰ ਹੈ ਠਾਕੁਰ, ਤੂੰ ਨਾਨਕ ਕਾ ਮਾਣਾ। ਹਉ ਵਾਰੀ ਬੰਜਾ ਭੂਲੀ ਬੰਜਾ, ਤੂੰ ਪਰਵਤ ਮੇਰਾ ਬੁਲਾਰਾ। ਹਉ ਬਲ ਜਾਣੀ ਲੱਖ 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 ਭਰਿਆ, ਜਿਨ ਭ੍ਰਮ ਪਰਦਾ ਖੁਲਾਰਾ। ਮਿਟੇ ਅੰਧਾਰੇ ਤਜੇ ਗੁਟਾਰੇ, ਠਾਕੁਰ ਸਿਉ ਮਨ ਮਾਨਾ। ਪ੍ਰਭ ਦੀ ਭਾਈ ਭਈ ਨਿਕਾਰੀ, ਸਫਲ ਜਨਮ ਪਰਵਾਨਾ। ਕਈ ਅਮੁਲੀ ਭਾਰਾਂ ਤੋਲੀ, ਮੁਕਤ ਜੁਗਤ ਦਰ ਖੋਲਾ। ਕਹੁ ਨਾਨਕ ਹਉ ਨਿਰਭਉ ਹੋਈ, ਸੋ ਪ੍ਰਭ ਮੇਰਾ ਭੁਲਾ। ਕਹੁ ਨਾਨਕ ਹਉ ਨਿਰਭਉ ਹੋਈ, ਸੋ ਪ੍ਰਭ ਮੇਰਾ ਭੁਲਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ।
ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਤਕ ਕਰਮ ਤੁਮ ਆਪਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਦੇ ਭੁਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜੇ ਹੋਈ ਗਏ ਜਿਤਨੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕੀਤਾ ਕਿਛੂ ਨਾ ਹੋ ਪਈ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਕੰਮ ਮਿਲੈ ਤਾ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਨਾਮੁਰੇ ਮੇਰੇ ਸਾਹਿਬ ਬੰਦੀ ਮੋਜ ਤਦ ਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ ਤਦ ਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ ਕਰਮ ਤੁਮਾਵਣੇ ਵਾਹਿਗੁਰੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ 'ਚ ਔਰ ਮਹਾਂਪੁਰਖਾਂ ਦੇ ਤਪ ਅਸਥਾਨ 'ਤੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਔਰ ਆਦਰ ਸਤਿਕਾਰ ਦੇ ਨਾਲ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ, ਸਾਰੇ ਸੇਵਾਦਾਰ, ਸਾਰੀਆਂ ਸੰਗਤਾਂ ਰਲ ਮਿਲ ਕੇ ਜਿੱਥੇ ਪਿਛਲੇ ਦਿਨਾਂ 'ਚ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਮਨਾਈ ਹੈ। ਅੱਜ ਉਹ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਵਸ ਜਾਣ ਕੇ ਭਾਵੇਂ ਕਿ ਇਸ ਵੇਲੇ ਝੋਨੇ ਦੀ ਕਟਾਈ ਚੱਲ ਰਹੀ ਹੈ, ਜਿਤਨੇ ਵੀ ਜ਼ਿਮੀਂਦਾਰ ਹਨ ਜਾਂ ਮਜ਼ਦੂਰ ਲੋਕ ਵੀ ਕਾਫੀ ਬਿਜੀ ਹੈ, ਮੰਡੀਆਂ ਵਿੱਚ ਵੀ ਬੜਾ ਰਸ਼ ਹੈ। ਪਰ ਜਿਹੜੀ ਪਿਆਰ ਵਾਲੀ ਸੰਗਤ ਆ ਉਹ ਆਪਣਾ ਪਿਆਰ ਪੂਰਾ ਕਰਨ ਵਾਸਤੇ ਜ਼ਰੂਰੀ ਕੰਮਾਂ ਨਾਲੋਂ ਵੀ ਸਾਧ ਸੰਗਤ ਦੇ ਵਿੱਚ ਆਉਣਾ ਜ਼ਰੂਰੀ ਸਮਝਦੇ ਆ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇੰਨੇ ਰਜੀਵਿਆਂ ਵਿੱਚ ਵੀ ਤੁਸੀਂ ਮਹਾਂਪੁਰਖਾਂ ਦੇ ਪਿਆਰ ਨੂੰ ਮੁੱਖ ਰੱਖ ਕੇ ਇਸ ਪਵਿੱਤਰ ਸਥਾਨ ਦੀ ਜੋ ਧੂੜੀ ਹੈ ਇਹਨੂੰ ਪਰਸਣ ਵਾਸਤੇ ਆਉਂਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਉਹਨਾਂ ਦੇ ਚਰਨਾਂ 'ਚੋਂ ਬੇਅੰਤ ਮਹਾਂਪੁਰਖ, ਬੇਅੰਤ ਸੰਗਤਾਂ ਬਰੋਸਾਈਆਂ। ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਆਪ ਜੀ ਦਾ ਜਨਮ ਪੋਠੋਹਾਰ ਦੇ ਇਲਾਕੇ 'ਚ ਛਾਮੋ ਜਈ ਮਾਮੋ ਜਈ ਨਗਰਾਂ ਵਿੱਚ ਪਿਤਾ ਸਤਿਕਾਰਯੋਗ ਰਾਮੂ ਸ਼ਾਹ ਜੀ ਅਤੇ ਸ਼੍ਰੀ ਮਾਤਾ ਚਤਰ ਕੌਰ ਜੀ ਦੇ ਗ੍ਰਹਿ ਵਿਖੇ ਆਗਮਨ ਉਹਨਾਂ ਦਾ ਹੋਇਆ 1862 ਦੇ ਵਿੱਚ। ਧੰਨ ਧੰਨ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਦੇ ਜਨਮ ਤੋਂ ਤਕਰੀਬਨ 27 ਸਾਲ ਪਹਿਲਾਂ। ਸੋ ਇਸ ਵਾਸਤੇ ਜਦੋਂ 1857 ਦਾ ਗਦਰ ਸੀ ਅਤੇ ਮਹਾਂਪੁਰਖ ਰੱਖਿਆ ਕਰ ਰਹੇ ਸੀ, ਬਾਕੀ ਤਾਂ ਲੁੱਟਾਂ ਲੁੱਟ ਰਹੇ ਸੀ।
पर महापुरख कबीर लूटना है तो लूट ले, राम नाम है लूट, फिर पाछे पछताओगे, प्राण जाएंगे छूट। बहुत मजलूमां दी धीआं भैणां दी रखिया कीती। यमुना किनारे एक संतां दी कुटिया सी, उन्हां नूं उत्थे जाण दा मौका मिलिया। वो जिहड़ा साधु सी उन्होंने पेचिस की बीमारी सी। जदों धन धन बाबा करम सिंह साहब फौजी रूप च उत्थे गए तो कहन लगा, महाराज मेरा फर्ज सी, तुसीं इत्थे आए सी, मैं तुहाडी सेवा करदा, लेकिन मेरा शरीर काफ़ी नटाल और बीमार है। महापुरुषों ने आप उहदी सेवा की, तंदुरुस्त किया, दवाई बूटी सारा प्रबंध किया। कहन लगे, महाराज मैं तुहाडी सेवा नहीं कर सकिया। कहन लगे, बस तुहाडा थोड़ा ही समा है, फिर जो जन्म धार के आओगे ना, फिर अज के सेवा कर लियो। महापुरख जिहड़े हुंदे आ उन्होंने आगम निगम की सोझी हुंदी है। फिर बाबा जी का इधर जन्म हो गया तो घरदियां ने जदों सारी किरिया हुई बचपन की, तो नां रखिया आया राम जी। तो बीमार रहा करन, तो उस इलाके धन धन बाबा करम सिंह जी महाराज की महिमा फैली हुई सी। आप जी के चरणों च लै जदों डेरे आना, आराम आ जाना, घर जाना, फिर बीमार हो जाना। तो घरदियां नूं हुंदा भी जवान होवे, ब्याह शादी करिए, तो बेनती करनी, तो घरों जदों जाना फिर बीमार होना, तो उन्हें जाना ना, हठ ना ले जाना। कहते महाराज फिर इस तरह किरिया हुंदी है। महाराज कहते इहदा नाम की है? कहते इहदा नाम आया राम। कहते जदों ना ही आया, जिथे होना सी आ गया, हुण कित्थे जाना? गज के बोलो। फिर महाराज दे चरणों च उन्होंने सेवा की। फिर महाराज ने अपना सचखंड का समा जान के धन धन बाबा अतर सिंह जी महाराज हरेरू साहब वालियां ते कृपा की। वो कहन लगे, महाराज मेरा गोखे की तलाई ना प्यार ने वजह बेरी थले बह के भजन करा, ते हल वाह के धर्म की किरत पैदा करके अनाज श्री गुरु नानक साहब महाराज का लंगर चलावां। ते महाराज जदों बाबा करम सिंह साहब ने क्या तेरा ऐसा ही होएगा, फिर बाबा आया सिंह जी महाराज ते बख्शिश की। कहते महाराज मेरे नूं बड़े होर भी बहुत है। तो संगत जी कहते भाई दसो तुहानूं ये प्रवान है? कहते हाँ जी प्रवान है। फिर आप जी ने कृपा की, सचखंड गए, सारी किरिया हुई। फिर बाबा आया सिंह जी ने सारा जल प्रवाह की किरिया अटक दरिया च की है। तो बाद उत्थे महापुरखों की याद स्थान बनाया। बाबा जी के घर के जिहड़े रागी भाई लाल सिंह सी, उन्होंने बहुत मिठियां उन्हां विच कीर्तन किया। फिर बाबा आया सिंह जी महाराज ने बड़ी चढ़दी कला विच सेवा निभाई। तो 1911 च फिर धन धन बाबा ज्वाला सिंह जी महाराज जी ने उन्हों का मिलाप होया, बख्शिश की। कहन लगे हुण आप जी के चरणों से सेवा करनी है। कहते 5 साल हाले फौज सेवा करनी है। तुहाडी संगत करके कईयां दा जीवन गुरसिੱਖੀ और इस लाइन च आवेगा। फिर 1917 च फौज त्याग के ते महाराज के चरणों च आ गए। 1 साल फिर उत्थे हल बाउण की महाराज की हजूरी सेवा भी की। फिर बाबा बिशन सिंह नंगल वाले गए। ये भांडे मांजते सी ते वस्त्र कुछ कीमती पाए सी, सेवा करनी। ते बाबा आया सिंह जी महाराज बड़े खुश होए, कहते की चाहुंदे? ते पहलां इकट्ठे विचरते रहे सी। कहन लगे महाराज फिर संतां नूं मेरे नाल भेज दो। वो फिर इत्थे लै आए सी। इस धरती का भाग जागना सी,
ਉਹ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਉਹਨਾਂ ਤੋਂ ਬੇਅੰਤ ਭਰੋਸਾ ਹੈ। ਇਹ ਰਾਗੀ ਲਾਲ ਸਿੰਘ ਜੀ ਆਪਣੇ ਲਾਹੌਰ ਦੇ ਨੇੜੇ ਕੋਈ ਪਿੰਡ ਸੀਗੇ, ਉੱਥੇ ਇੱਕ ਮੁਸਲਮਾਨ ਫਕੀਰ ਸੀ, ਸੰਗਤ ਲੈ ਕੇ ਚਲੇ ਗਏ। ਕਹਿਣ ਲੱਗੇ, ਗਿਆਨੀ ਜੀ ਸਾਨੂੰ ਇਹ ਸ਼ਬਦ ਸੁਣਾਓ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰ ਸੋ ਲੈਣ ਮਿਲਾਏ। ਦੂਜਾ ਅਵਲ ਅਲ ਹੈ, ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇਹ ਗੁਰੂ ਨਾਨਕ ਸਾਹਿਬ ਦੀ ਕਲਾਮ ਸੁਣਾਓ। ਜਿਲੇ ਫਿਰ ਉਹਨੇ ਕੀਰਤਨ ਕੀਤਾ, ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਬਾਬਾ ਆਇਆ ਸਿੰਘ ਜੀ ਮਹਾਰਾਜ ਦੀ, ਉਹਨਾਂ ਦੇ ਪੂਰੀ ਪ੍ਰਸੰਨਤਾ ਔਰ ਕਿਰਪਾ ਸੀ, ਬਹੁਤ ਝੂਮਦੇ ਰਹੇ। ਫਿਰ ਉਹਨੇ ਪੁੱਛਿਆ ਵੀ ਮਹਾਰਾਜ ਆਪ ਕਿਰਪਾ ਕਰੋ। ਕਹਿੰਦੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਖ ਆ, ਉਹ ਸਦਾ ਹੀ ਹਾਜ਼ਰ ਰਹਿੰਦੇ। ਤਾਲਵਨ ਮੌਲਾ ਹਮੇਸ਼ਾ ਜਿੰਦਾਸਤ। ਜਿਹੜੇ ਉਸ ਦੇ ਫਕੀਰ ਆ, ਉਹ ਸਦਾ ਹੀ ਜਿੰਦੇ ਆ, ਅਮਰ ਹੈ, ਕਿਉਂਕਿ ਅਮਰ ਪਰਮਾਤਮਾ ਵਿੱਚ ਭੇਦ ਹੋ ਗਿਆ। ਕਹਿੰਦੇ ਮੈਂ ਮਹਾਰਾਜ ਦੇ ਕੋਲ ਗਿਆ, ਅਤੇ ਉੱਥੇ ਜਿੱਥੇ ਮਹਾਰਾਜ ਜਲ ਪ੍ਰਵਾਹ ਕੀਤਾ, ਪਹਿਲਾਂ ਵੀ ਚਲੇ ਜਾਂਦੇ ਸੀ। ਕਹਿੰਦੇ ਉੱਥੇ ਪੱਥਰ ਨਾਲ ਢਾਸ ਨਾਲ ਲਾ ਕੇ ਬੈਠੇ ਸੀ। ਮੈਂ ਬੇਨਤੀ ਕੀਤੀ ਮਹਾਰਾਜ ਕਿਰਪਾ ਕਰ ਦਿਓ, ਅਤੇ ਮੈਂ ਉਹ ਪੱਲਾ ਅੱਡ ਦਿੱਤਾ। ਜਿਲੇ ਪੱਲਾ ਅੱਡਿਆ ਅਤੇ ਮਹਾਰਾਜ ਨੇ ਐਂ ਮੁੱਠ ਝਾੜਤੀ। ਕਹਿੰਦੇ ਲੈ ਤੈਨੂੰ ਜੋ ਮੰਗਦਾ ਸੀ ਦੇ ਦਿੱਤਾ, ਸਭ ਕੁਝ ਦੇ ਦਿੱਤਾ। ਕਹਿੰਦੇ ਸਮਝਾਂ ਕਿ ਨਹੀਂ, ਪਰਮੇਸ਼ਰ ਦਾ ਨਾਮ ਦੇ ਦਿੱਤਾ, ਇਹਦੇ 'ਚ ਸਾਰੀਆਂ ਬਰਕਤਾਂ ਆ ਜਾਂਦੀਆਂ। ਕਹਿੰਦੇ ਫਿਰ ਮੈਂ ਕਿਹਾ ਕਿ ਮਹਾਰਾਜ ਇਸੇ ਤਰ੍ਹਾਂ ਤੁਹਾਡਾ ਦਰਸ਼ਨ ਹੁੰਦਾ ਰਹੇ। ਅਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਕੋਲ ਬੈਠੇ ਸੀ। ਕਹਿੰਦੇ ਇਹਨਾਂ ਵੱਲ ਦੇਖ ਲਾ। ਕਹਿੰਦੇ ਜਦੋਂ ਮੈਂ ਵੇਖਿਆ ਅਤੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਸਰੂਪ ਉਹਨਾਂ ਦੇ 'ਚ ਨਜ਼ਰ ਆਇਆ। ਕਹਿੰਦੇ ਇਹ ਦੋਨੋਂ ਇੱਕੋ ਹੀ ਰੂਪ ਆ, ਅਤੇ ਮੈਂ ਉਦੋਂ ਦਾ ਕਹਿੰਦੇ ਇਹਨਾਂ ਦਾ ਸ਼ਰਧਾਲੂ ਬਣਿਆ ਹੋਇਆ। ਇਸ ਤਰ੍ਹਾਂ ਰਾਗੀ ਈਸ਼ਰ ਸਿੰਘ ਸੀ। ਧੰਨ ਧੰਨ ਬਾਬਾ ਸਿੰਘ ਮਹਾਰਾਜ ਕਹਿਣ ਲੱਗੇ ਕਿ ਰਾਗੀ ਸਿੰਘ ਜਦੋਂ ਮਾਇਆ ਸੰਗਤ ਨੂੰ ਮਿਲਦੀ ਕੀ ਕਰਦੇ ਹੁੰਦੇ ਆ? ਕਹਿੰਦੇ ਮਹਾਰਾਜ ਬਸ ਇਸ ਤਰ੍ਹਾਂ ਹੀ ਖਰਚ ਪਾਣੀ ਚਲਾ ਲਈਦਾ। ਕਹਿੰਦੇ ਨਹੀਂ, ਹੁਣ ਤੁਸੀਂ ਫਲਾਣੇ ਸਿੰਘ ਕੋ ਮਾਇਆ ਰੱਖ ਦਿਓ, ਉਹ ਤੁਹਾਨੂੰ ਜ਼ਮੀਨ ਖਰੀਦਣਗੇ, ਕਿਉਂਕਿ ਸਰੀਰਾਂ ਦਾ ਪਤਾ ਨਹੀਂ ਹੁੰਦਾ, ਤੁਹਾਡੇ ਬੱਚੇ ਪਰਿਵਾਰ ਭੁੱਖਾ ਨਹੀਂ ਮਰਨਗੇ। ਉਹ ਫਿਰ ਇਸ ਤਰ੍ਹਾਂ ਹੋਇਆ। ਮਹਾਰਾਜ ਭੂਤ ਭਵਿੱਖ ਵਰਤਮਾਨ ਦੀ ਜਾਣਦੇ ਸੀ। ਜ਼ਮੀਨ ਖਰੀਦਤੀ। ਉਹ ਥੋੜ੍ਹੇ ਦਿਨਾਂ ਬਾਅਦ ਹੀ ਰਾਗੀ ਈਸ਼ਰ ਸਿੰਘ ਵਾਹਿਗੁਰੂ ਨੂੰ ਪਿਆਰੇ ਹੋ ਗਏ। ਫਿਰ ਪਤਾ ਲੱਗਾ ਵੀ ਮਹਾਂਪੁਰਖਾਂ ਨੇ ਜਿਹੜਾ ਕੌਤਕ ਕੀਤਾ ਸੀ, ਅੰਨਾ ਹੋਵੇ, ਲੰਗੜਾ ਲੂਲਾ ਪਿੰਗਲਾ ਹੋਵੇ, ਅੰਗਹੀਣ ਹੋਵੇ, ਇਹ ਧਰਤੀ ਐਸੀ ਮਾਤਾ ਆ, ਇਹ ਸਭ ਨੂੰ ਭੋਜਨ ਦੇਈ ਜਾਂਦੀ ਹੈ। ਅਤੇ ਮਹਾਂਪੁਰਖ ਦੇਖੋ ਆਪਣੇ ਸੇਵਕਾਂ ਨੂੰ ਕਿੱਥੇ ਤੱਕ ਨਵਾਜਦੇ ਆ, ਕਿੱਥੇ ਤਾਈਂ ਕਿਰਪਾ ਕਰਦੇ ਆ। ਸੋ ਉਹਨਾਂ ਦੀ ਬਰਸੀ ਮਨਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਿਛਲੇ ਸਾਲ ਅਮਰੀਕਾ 'ਚ ਅਸੀਂ ਮਨਾ ਰਹੇ ਸੀ। ਸੋ ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ। ਇਸ ਦੀ ਵਿਚਾਰਧਾਰਾ ਸਰਵਣ ਕਰੀਏ। ਗੁਰੂ ਮਹਾਰਾਜ ਆਪ ਆਪਣੀ ਰਸਨਾ ਤੋਂ ਜਿਵੇਂ ਬਖਸ਼ਿਸ਼ ਕਰ ਗਏ ਆ, ਉਹ ਵਿਚਾਰ ਸਰਵਣ ਕਰਨੇ ਹਨ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਜੀ, ਜਿੱਥੇ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਦੀਵਾਰ ਦਾ ਸੰਪੂਰਨ ਕੀਰਤਨ, ਲੜੀਵਾਰ ਵਿਚਾਰਾਂ ਹੋਈਆਂ, ਬੇਅੰਤ ਸੰਗਤਾਂ ਆ ਕੇ ਲਾਭ ਲੈਂਦੀਆਂ। ਅਤੇ ਇੱਥੇ ਵੀ ਪਿਆਰ ਵਾਲੀਆਂ ਸੰਗਤਾਂ ਮਹਾਂਪੁਰਖਾਂ ਦੇ ਸਥਾਨ 'ਤੇ ਆ ਕੇ, ਜਿਨ੍ਹਾਂ ਦੇ ਭਾਗ ਚੰਗੇ ਹੈ, ਉਹ ਦਰਸ਼ਨ ਵੇਲੇ ਵੀ ਕਰਦੀਆਂ, ਸੇਵਾ ਵੀ, ਔਰ ਸਤਸੰਗ 'ਚ ਬੈਠ ਕੇ ਬਾਣੀ ਦੇ ਵਿਚਾਰ ਸਰਵਣ ਕਰਕੇ ਸਮਾਂ ਸਫਲ ਕਰਦੇ ਹਨ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ
ਕਾਤਕ ਦੇ ਮਹੀਨੇ ਦੁਆਰਾ ਵਿਚਾਰ ਦਿੰਦੇ ਹਨ ਕਿ ਜਿਹੋ ਜਿਹਾ ਜੀਵ ਕਰਮ ਕਮਾਉਂਦਾ ਹੈ, ਪੁੰਨਮਈ ਵੀ ਹੈ, ਪਾਪਮਈ ਵੀ ਹੈ, ਔਰ ਇਸ ਤਰ੍ਹਾਂ ਨਿਸ਼ਕਾਮ ਕਰਮ ਵੀ ਹੈਗੇ ਆ। ਅਤੇ ਜਿਹੋ ਜਿਹਾ ਕਰਮ ਕਰਦਾ, ਪੁੰਨਾ ਰੂਪੀ ਕਰਮਾਂ ਤੋਂ ਸੁੱਖ ਆ। ਜਿਹੜੇ ਪਾਪਮਈ ਕਰਮ ਆ, ਉਦੋਂ ਭਾਵੇਂ ਨਾ ਮਾਲੂਮ ਹੋਵੇ, ਬਾਅਦ ਵਿੱਚ ਉਹਦਾ ਦੁੱਖ ਜ਼ਰੂਰ ਹੁੰਦਾ ਹੈ। ਅਤੇ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਆ, ਜਿਵੇਂ ਆਪਣੇ ਡੇਰੇ ਬਾਬਾ ਸਾਹਿਬ ਸਿੰਘ ਜੀ ਹੁੰਦੇ ਸੀ, ਉਹ ਲੰਗਰ ਵਿੱਚ ਪ੍ਰਸ਼ਾਦੇ ਪਲਟਣ ਦੀ ਸੇਵਾ ਕਰਦੇ ਸੀ। ਸੇਵਾਦਾਰ ਫਿਰ ਬੇਨਤੀ ਕਰ ਲੈਂਦੇ ਆ ਵੀ ਮਹਾਰਾਜ ਕਿਰਪਾ ਕਰੋ, ਅਤੇ ਮਹਾਰਾਜ ਕਹਿੰਦੇ ਵੀ ਸਾਹਿਬ ਸਿੰਘ ਦੀ ਜਿਹੜੀ ਗੱਡੀ ਆ ਨਾ, ਉਹ ਲਾਈਨ 'ਤੇ ਜਾ ਰਹੀ ਹੈ। ਗੱਡੀ ਲਾਈਨ 'ਤੇ ਜਾਏ, ਫਿਰ ਜੰਕਸ਼ਨ 'ਤੇ ਪਹੁੰਚ ਹੀ ਜਾਂਦੀ ਠਿਕਾਣੇ। ਇਸ ਵਾਸਤੇ ਜਿਹੜਾ ਨਿਸ਼ਕਾਮ ਹੋ ਕੇ ਕਰਮ ਕਰਦਾ, ਉਹਦੇ ਤੇ ਬੜੀ ਭਾਰੀ ਕਿਰਪਾ ਹੋ ਜਾਂਦੀ ਹੈ, ਕਿਉਂਕਿ ਬਾਕੀ ਸਾਰੇ ਹੀ ਸੇਵਾਦਾਰ ਆਪ ਨੇ ਸੰਗਤ ਕੀਤੀ ਹੈ, ਸਤਿਕਾਰਯੋਗ ਹੈ, ਇੱਕ ਦੂਜੇ ਕੁ ਚੜ੍ਹਾਉਂਦੀ ਆ। ਕੌਣ ਜਾਣੇ ਮੇਰਾ ਨਾਉ ਜੀਓ। ਜਿਹੜੇ ਵੀ ਮਹਾਂਪੁਰਖਾਂ ਦੀ ਕਿਰਪਾ ਦੇ ਪਾਤਰ ਬਣਦੇ ਆ, ਉਹਨਾਂ ਦੀ ਤਾਂ ਐਸੀ ਗਤੀ ਹੈ। ਅਤੇ ਬਾਕੀ ਪਾਪੀ ਪੁੰਨੀ ਜਿਹੋ ਜਿਹਾ ਕਰਮ ਕਰਦੇ ਆ, ਉਹਨਾਂ ਨੂੰ ਉਹੋ ਜਿਹਾ ਫਲ ਮਿਲਦਾ ਹੈ। ਜਦੋਂ ਇਹ ਪਾਪ ਕਰਮ ਕਰਦਾ, ਉਹਦਾ ਫਲ ਦੁੱਖ ਆ। ਫਿਰ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਜੰਗਲ ਤਪੱਸਿਆ ਕਰਦੇ ਹੁੰਦੇ ਸੀ। ਇੱਕ ਪਠਾਨ ਐਸਾ ਮਨਮੁਖ ਸੀ, ਉਹਨੂੰ ਉੱਥੇ ਆ ਕੇ ਗੰਦ ਖਿਲਾਰ ਜਾਣਾ, ਕਿਤੇ ਹੱਡ ਸਿੱਟ ਜਾਣੇ, ਕਦੇ ਕੁਝ ਕਰਨਾ। ਮਹਾਰਾਜ ਜੀ ਨੇ ਹੋਰ ਪਰੇ ਹੋ ਜਾਣਾ, ਹੁਣ ਜਾ ਕੇ ਉੱਥੇ ਵੀ ਇਹੀ ਕਰਮ ਕਰਨਾ, ਕਿਉਂਕਿ ਕਾਂ ਕਪੂਰ ਨਾ ਚੱਖੇ ਦੁਰਗੰਧ ਸਿਖਾਵੇ। ਕਾਂ ਜਿਹੜਾ ਕਪੂਰ ਨੂੰ ਨਹੀਂ ਖਾਂਦਾ ਬਾਸ਼ਨੇ ਵਾਲੇ ਨੂੰ, ਉਹਨੂੰ ਗੰਦਗੀ ਚੰਗੀ ਲੱਗਦੀ ਹੈ। ਅਤੇ ਮਹਾਰਾਜ ਨੇ ਤਾਂ ਕੋਈ ਬਚਨ ਕੀਤਾ ਨਹੀਂ, ਪਰ ਜਿਹੋ ਜਿਹਾ ਫਿਰ ਬੀਜ ਕੋਈ ਬੀਜਦਾ ਨਾ, ਉਹ ਵੱਢਣਾ ਪੈਂਦਾ। ਇਹਦੀ ਫਿਰ ਇਹੋ ਜਿਹੀ ਦੁਰਦਸ਼ਾ ਹੋ ਗਈ, ਇਹਦਾ ਸੂਰ ਵਰਗਾ ਮੂੰਹ ਹੋ ਗਿਆ, ਬਾਹਰ ਵੇਲੇ ਤੜਫਦਾ ਮਰ ਗਿਆ। ਫਿਰ ਹੁਣ ਇਹਦਾ ਨਾ ਤਾਂ ਮੁਸਲਮਾਨ ਦਬਾਉਣ, ਨਾ ਕੋਈ ਸੰਸਕਾਰ ਕਰੇ, ਕਿਉਂਕਿ ਮੁਸਲਮਾਨ ਸੂਰ ਦੀ ਆਣ ਮੰਨਦੇ ਨੇ। ਫਿਰ ਸਿਆਣੇ ਬੰਦੇ ਵੀ ਹੁੰਦੇ ਪਏ, ਇਹ ਗੱਲ ਕੀ ਬਣੀ ਆ, ਸੂਰ ਮੂੰਹਾਂ ਹੋ ਗਿਆ। ਕਹਿੰਦੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਭਜਨ ਕਰਦੇ ਸੀ, ਉੱਥੇ ਜਾ ਕੇ ਗੰਦ ਖਿਲਾਰਦਾ ਸੀ, ਮੂੰਹ ਨਾਲ ਨਿੰਦਿਆ ਕਰਦਾ ਸੀ। ਸੂਰ ਦਾ ਕੰਮ ਹੈ ਗੰਦ ਖਾਣਾ, ਉਹਨੂੰ ਇਹ ਮੂੰਹ ਮਿਲ ਗਿਆ। ਇਹ ਸੰਕੇਤ ਆ ਕਿ ਮਰ ਕੇ ਉਹ ਭੈੜੀ ਜੂਨ 'ਚ ਜਾਣਾ। ਫਿਰ ਉਹ ਮੁਸਲਮਾਨਾਂ 'ਚ ਵੀ ਸਿਆਣੇ ਬੰਦੇ ਸੀ, ਉਹ ਇਕੱਠੇ ਹੋ ਕੇ ਮਹਾਰਾਜ ਦੇ ਚਰਨਾਂ 'ਚ ਆਏ ਕਿ ਮਹਾਰਾਜ ਫਿਰ ਵੀ ਮਾਨਸ ਹੈ, ਮਿਹਰ ਕਰ ਦਿਓ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਕੁਝ ਕਿਹਾ ਨਹੀਂ, ਇਹਦਾ ਆਪਣਾ ਹੀ ਕਰਮ ਹੈ। ਕਹਿੰਦੇ ਮਹਾਰਾਜ ਆਪ ਮਿਹਰ ਕਰੋ, ਦਿਆਲੂ ਆ। ਫਿਰ ਸੇਵਾਦਾਰ ਨੂੰ ਭੇਜਿਆ ਵੀ 21 ਵਾਰੀ ਮੂਲ ਮੰਤਰ ਸਾਹਿਬ ਪੜ੍ਹ ਕੇ ਜਲ ਦਾ ਛਿੱਟਾ ਮਾਰ ਦਿਓ। ਫਿਰ ਉਹਦਾ ਮੂੰਹ ਠੀਕ ਹੋਇਆ। ਫਿਰ ਮੁਸਲਮਾਨਾਂ ਨੇ ਇਹਨੂੰ ਦਫਨਾਇਆ। ਉਹ ਫਿਰ ਜਿਹੋ ਜਿਹਾ ਕਰਮ ਕਰਦਾ, ਉਹ ਫਲ ਭੋਗਦਾ। ਫਿਰ ਦੋਸ਼ ਨਾ ਖਾਉ ਜੋ, ਦੋਸ਼ ਦੇਣਾ ਕਿਸੇ ਨੂੰ ਯੋਗ ਨਹੀਂ। ਜਿਹੋ ਜਿਹਾ ਬੀਜ ਦਾ ਉਹ ਵੱਢਣਾ ਹੀ ਪੈਂਦਾ ਹੈ। ਜਦੋਂ ਪਰਮੇਸ਼ਰ ਤੋਂ ਜੀਵ ਭੁੱਲ ਜਾਂਦਾ ਨਾ, ਉਹਨੂੰ ਫਿਰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਆ। ਅਤੇ ਇੱਕ ਵਾਰੀ ਗਿਆਨੀ ਜੋਧ ਸਿੰਘ ਜੀ ਬੜੇ ਵਿਦਵਾਨ ਮਹਾਂਪੁਰਖ ਸੀਗੇ, ਅਤੇ ਕੁਟੀਆ ਝਾੜੂ ਫੇਰ ਰਹੇ ਸੀ। ਮੈਂ ਕਿਹਾ ਗਿਆਨੀ ਜੀ, ਮੈਂ ਵੈਸੇ ਤਾਂ ਝਾੜੂ ਫੇਰਨਾ ਬਹੁਤ ਪੁੰਨ ਕਰਮ ਆ, ਇਹ ਆਪ ਜੀ ਗਿਆਨੀ ਆ, ਤੁਹਾਡੀ ਤਾਂ ਸੇਵਾ ਹੋ ਰਹੀ ਬਹੁਤ ਹੈਗੀ ਹੈ। ਇਹ ਝਾੜੂ ਕਹਿੰਦੇ ਮੈਂ ਬਿਮਾਰ ਹੋ ਗਿਆ ਸੀ, ਕਥਾ ਛੱਡ ਗਿਆ ਸੀ ਅਸਥਾਨ 'ਤੇ, ਅਤੇ ਫਿਰ ਸਰੀਰ ਨੂੰ ਵੱਲੜਾ ਜਿਹਾ ਰੋਗ ਲੱਗ ਗਿਆ। ਫਿਰ ਮੈਂ ਮਹਾਰਾਜ ਦੇ ਅਰਦਾਸ ਕੀਤੀ ਕਿ ਮੈਂ ਆਪ ਜੀ ਦੀ ਕੁਟੀਆ 40 ਦਿਨ ਝਾੜੂ ਦੇਵਾਂਗਾ, ਤੰਦਰੁਸਤੀ ਬਖਸ਼ੋ। ਕਹਿੰਦੇ ਮਹਾਰਾਜ ਨੇ ਫਿਰ ਮਿਹਰ ਕਰਤੀ ਹੈ, ਤੰਦਰੁਸਤੀ ਮਿਲੀ ਹੈ। ਸੋ ਇਹਦੇ 'ਚ ਵੀ ਇੱਕ ਸਿੱਖਿਆ ਹੈ ਕਿ ਭਾਵੇਂ ਕੋਈ ਵੀ ਹੈ ਕਿ ਜਦੋਂ ਆਪਾਂ
ਕਿਨਾਰਾ ਕਸ਼ੀ ਕਰਦੇ ਹਾਂ। ਮਹਾਰਾਜ ਤਾਂ ਬੁਰਾ ਨਹੀਂ ਕਰਦੇ, ਸਾਡਾ ਜਿਹੜਾ ਹੀਣਾ ਕਰਮ ਹੈ ਨਾ ਉਹ ਸਾਡੇ 'ਤੇ ਆਪਣਾ ਬਲ ਪਾ ਲੈਂਦਾ। ਜਦੋਂ ਫਿਰ ਮਹਾਂਪੁਰਖਾਂ ਦੇ ਸਥਾਨ 'ਤੇ ਸੇਵਾ ਕਰੀਏ ਅਤੇ ਫਿਰ ਉਹ ਕਰਮ ਜਿਹੜਾ ਕਟਿਆ ਜਾਂਦਾ ਅਤੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੀ ਤਰ੍ਹਾਂ ਦੇ ਤਨ ਕਰਕੇ ਵੀ, ਮਨ ਕਰਕੇ ਵੀ, ਧਨ ਕਰਕੇ ਵੀ ਕੰਗਾਲੀ ਆ ਜਾਂਦੀ ਹੈ। ਸਾਰੀ ਤਰ੍ਹਾਂ ਦੇ ਰੋਗ ਜਿਹੜੇ ਫਿਰ ਵਿਆਪ ਜਾਂਦੇ ਆ, ਇਹਨੂੰ ਆ ਕੇ ਪ੍ਰਾਪਤ ਹੁੰਦੇ ਹਨ। ਜਿਹੜਾ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ, ਮਹਾਰਾਜ ਗਏ ਸੀ ਨਾ ਸਿਆਲਕੋਟ, ਅਤੇ ਉੱਥੇ ਫਿਰ ਹਮਜਾ ਗੌਂਸ ਮੱਠ 'ਚ ਬੈਠਾ ਸੀ। ਕਿਸੇ ਨੇ ਸੁਖਣਾ ਸੀ ਬੱਚਾ, ਕਹਿੰਦੇ ਹੋ ਜਾਓ ਇੱਕ ਦੇਣਾ ਪਊ। ਅਤੇ ਗ੍ਰਸਤੀਆਂ ਨੂੰ ਫਿਰ ਨਿਆਣਿਆਂ ਨਾਲ ਪਿਆਰ ਹੁੰਦਾ, ਉਹ ਮੁਕਰ ਗਏ। ਮੱਠ 'ਚ ਲੀਹਾ ਕੱਢਣ ਬਹਿ ਗਿਆ ਪਏ, ਸ਼ਹਿਰ ਝੂਠਿਆਂ ਦਾ ਗਰਕ ਕਰ ਦੇਣਾ। ਧੰਨ ਗੁਰੂ ਨਾਨਕ ਪਾਤਸ਼ਾਹ ਗਏ, ਫਿਰ ਸੰਤ ਜੀ ਨੂੰ ਮਿਲਣਾ, ਕਹਿੰਦੇ ਉਹਦਾ ਸੂਰਜ ਦੇ ਮੱਥੇ ਨਹੀਂ ਲੱਗਦੇ। ਇਹ ਨਹੀਂ ਪਤਾ ਵੀ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ ਸੂਰਜ, ਸੂਰਜ ਤਾਂ ਤੇਰੇ ਕੋਲ ਆਏ ਆ, ਪਰ ਉਹ ਆਪਣਾ ਪਰਨ ਨੂੰ ਵੱਡਾ ਸਮਝਿਆ, ਗੁਰੂ ਮਹਾਰਾਜ ਦੀ ਬਰਕਤ ਨੂੰ ਨਹੀਂ। ਉਹ ਮੱਠ ਪਾਟ ਗਿਆ, ਸੂਰਜ ਦਿਸ ਪਿਆ। ਚੇਲਿਆਂ ਨੂੰ ਕਹਿੰਦੇ ਜਿਉਂ 3 ਫਕੀਰ ਆਏ ਆ। ਫਿਰ ਆਇਆ ਜੀ ਮੇਰਾ ਚਲੀਸਾ ਖੰਡਿਤ ਹੋ ਗਿਆ। ਕਹਿੰਦੇ ਤੂੰ ਫਕੀਰ ਬਣਿਆ, ਕੱਲ੍ਹ ਇਹ ਮੁੰਡੇ ਕੁੜੀਆਂ ਦੇ ਮੋਹ 'ਚ ਪਿਆ, ਨਹੀਂ ਦਿੱਤਾ ਤੂੰ ਆਪਣਾ ਭਜਨ ਕਰਕੇ ਪਰਮਾਤਮਾ ਨਾਲ ਪ੍ਰੀਤੀ ਪਾ। ਕਹਿੰਦੇ ਝੂਠਿਆਂ ਦਾ ਸ਼ਹਿਰ, ਕਹਿੰਦੇ ਸਾਰੇ ਨਹੀਂ ਹੁੰਦੇ, ਸੱਚੇ ਵੀ ਹੁੰਦੇ। ਕੋਈ ਜਾਤੀ, ਕੋਈ ਨਗਰ, ਇਲਾਕਾ, ਕੋਈ ਕੌਮ ਮੁਕੰਮਲ ਥੋੜ੍ਹੀ ਨਿੰਦੀ ਜਾਂਦੀ ਹੈ। ਉਸ ਵੇਲੇ ਫਿਰ ਮਹਾਰਾਜ ਨੇ ਮਰਦਾਨਾ ਵੀ ਭੇਜਿਆ ਪਿਆ, ਸੱਚ ਝੂਠ ਖਰੀਦ ਕੇ ਲਿਆ। ਜੇ ਮੂਲੇ ਦੀ ਦੁਕਾਨ 'ਤੇ ਗਿਆ, ਉਹ ਕਹਿੰਦਾ ਵੀ ਮਰਨਾ ਸੱਚ ਅਤੇ ਜੀਣਾ ਝੂਠ, ਕਹਿੰਦੇ ਆ ਦੇਖ ਲਾ। ਅਤੇ ਮੂਲਾ ਫਿਰ ਸੰਗਤ ਕਰਦਾ ਰਿਹਾ। ਮਹਾਰਾਜ ਚਲੇ ਗਏ, ਫਿਰ ਆ ਗਏ। ਉਹ ਘਰ ਵਾਲੀ ਨੇ ਦੇਖਿਆ ਵੀ ਮਹਾਰਾਜ ਆ ਗਏ, ਤੈਨੂੰ ਨਾਲ ਨਾ ਲੈ ਜਾਣ। ਕਹਿੰਦੇ ਹੁਣ ਕਿਵੇਂ ਕਰਾਂ? ਕਹਿੰਦੇ ਆ ਜਿਹੜੀ ਗੁਹਾੜੀ ਹੈ ਨਾ ਪਾਥੀਆਂ ਵਾਲੀ, ਇਹ 'ਚ ਲੁਕ ਜਾ। ਉਹ 'ਚ ਵੜ ਗਿਆ। ਜਿਹੜੇ ਮਰਦਾਨਾ ਜੀ ਆਏ, ਕਹਿੰਦੇ ਉਹ ਤਾਂ ਬਾਂਢੇ ਗਿਆ। ਮਰਦਾਨਾ ਜੀ ਮਹਾਰਾਜ ਕੋ ਆ ਗਏ। ਫਿਰ ਬੀਬੀ ਨੇ ਕਿਹਾ ਵੀ ਲਾਲਾ ਜੀ ਤਾਂ ਬਾਂਢੇ ਗਏ। ਮਹਾਰਾਜ ਕਹਿੰਦੇ ਚੰਗਾ ਵੀ ਬਾਂਢੇ ਤਾਂ ਬਾਂਢੇ ਹੀ ਸਹੀ। ਉਹ ਸੱਪ ਲੜ ਕੇ ਮਰ ਗਿਆ। ਫਿਰ ਬੇਟਾ ਨੇ ਚੱਕ ਕੇ ਮੰਜੇ 'ਤੇ ਪਾ ਕੇ ਲੈ, ਮਹਾਰਾਜ ਤੁਹਾਡਾ ਸੇਵਕ। ਕਹਿੰਦੇ ਜੀਂਦਾ ਤੁਹਾਡਾ ਅਤੇ ਮਰਿਆ ਹੁਣ ਸਾਡਾ। ਪਰ ਕੋਈ ਨਹੀਂ ਦਰਸ਼ਨ ਕੀਤਾ। ਹੁਣ 10ਵੇਂ ਜਾਮੇ ਭਲਾ ਕਰਾਂਗੇ। ਫਿਰ ਸ਼ਿਕਾਰ ਘਾਟ ਜਿੱਥੇ ਗੁਰਦੁਆਰਾ ਹਜ਼ੂਰ ਸਾਹਿਬ, ਉੱਥੇ ਛਾਇਆ ਬਣਿਆ ਸੀ। ਉੱਥੇ ਫਿਰ ਮਹਾਰਾਜ ਨੇ ਦੀ ਕਲਿਆਣ ਕੀਤੀ ਸੀ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਤੇ ਬੇਮੁਖ ਹੋਏ ਆਰਾਮ 'ਤੇ। ਜਦੋਂ ਗੁਰੂ ਪੀਰ ਤੋਂ ਬੇਮੁਖ ਹੋ ਜਾਂਦਾ ਨਾ, ਹਾਂਜੀ ਅੱਗੇ ਇਹ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੇ ਦੁੱਖ ਲੱਗਦੇ। ਕਦੀ ਕਿਸੇ ਜੂਨ 'ਚ, ਕਦੀ ਕਿਸੇ ਜੂਨ 'ਚ, ਟੇਢੀਆਂ ਫੇੜੀਆਂ ਜੂਨ ਦਾ ਵਿੱਚ ਉਹ ਘੁੰਮਦਾ ਰਹਿੰਦਾ ਹੈ। ਜਨਮ ਜਨਮਾਂਤਰਾਂ ਦਾ ਵਿਛੋੜਾ ਪਿਆ ਰਹਿੰਦਾ। ਗੁਰੂ ਨੂੰ ਵਿਛੜਨਾ, ਕਿੰਨੇ ਪ੍ਰਕਾਰ ਦੇ ਝੋਰੇ ਵਿਜੋਗ ਦੁੱਖ ਪ੍ਰਾਪਤ ਹੁੰਦੇ ਹਨ। ਉਹ ਜਿਹੜੇ ਮਾਇਆ ਪਦਾਰਥਾਂ ਦੇ ਸੁੱਖ ਸੀ ਨਾ, ਜਦੋਂ ਗੁਰੂ ਮਾਰਨ ਨੂੰ ਪਿੱਠ ਦੇ ਜਾਏ, ਉਹ ਖਿੰਨ 'ਚ ਸਵਾਦਲੇ ਸਾਰੇ ਕੌੜੇ ਹੋ ਜਾਂਦੇ ਹਨ। ਇਹ ਜਿੰਨੇ ਵੀ ਮਾਇਆ ਦੇ ਭੋਗ ਪਦਾਰਥ ਆ, ਇਹਨਾਂ 'ਚ ਫਿਰ ਕੋਈ ਰਸ ਨਹੀਂ ਰਹਿੰਦਾ। ਹੁਣ ਜਿਹੜਾ ਬਿਮਾਰ ਆਦਮੀ ਹੈ, ਨਾ ਉਹ ਸ਼ੂਗਰ ਆ ਅਤੇ ਮਿੱਠਾ ਨਹੀਂ ਖਾ ਸਕਦਾ। ਪਦਾਰਥ ਸਾਰੇ ਮਿੱਠੇ ਨਹੀਂ ਤਿਆਰ ਹੁੰਦੇ ਨਾ, ਜਾਂ ਲੂਣ ਨਾਲ। ਅਤੇ ਜੇ ਬਲੱਡ ਪ੍ਰੈਸ਼ਰ ਆ, ਫਿਰ ਲੂਣ ਡਾਕਟਰ ਬੰਦ ਕਰ ਦਿੰਦੇ। ਅਤੇ ਜਦੋਂ ਮਹਾਂਪੁਰਖ ਕਹਿਣ ਭਾਈ ਨਸ਼ਾ ਨਹੀਂ ਵਰਤਣਾ, ਮੀਟ ਆਂਡਾ ਨਹੀਂ ਵਰਤਣਾ, ਉਦੋਂ ਤਾਂ ਛੱਡਦੇ ਨਹੀਂ। ਜ਼ਿਲ੍ਹੇ ਫਿਰ ਡਾਕਟਰ ਕਹਿ ਦਿੰਦੇ ਆ, ਫਿਰ ਸਾਰਾ ਕੁਝ ਛੱਡਣਾ ਪੈਂਦਾ। ਅਤੇ ਜੇ ਪਹਿਲਾਂ ਹੀ ਮਹਾਂਪੁਰਖਾਂ ਦਾ ਬਚਨ ਮੰਨ ਲਈਏ, ਅਤੇ ਫਿਰ ਇਹੋ ਜਿਹਾ ਸੰਕਟ ਆਉਂਦਾ ਹੀ ਨਹੀਂ ਹੈ। ਹੁਣ ਸਾਡੇ ਡੇਰੇ ਵਿੱਚ ਜਿੰਨੇ ਵੀ ਵਿਹੰਗਮ ਹੋਏ ਆ, ਤਕਰੀਬਨ 90, 95, 96, 100 ਦੇ ਅੰਤਰਗਤ ਗਏ ਆ। ਪਰ ਕਿਸੇ ਨੂੰ ਸ਼ੂਗਰ ਨਹੀਂ ਹੋਈ, ਕਿਸੇ ਨੂੰ ਇਸ ਤਰ੍ਹਾਂ ਦਾ ਅਸਾਧ ਰੋਗ ਨਹੀਂ। ਕਿਉਂ? ਹੱਥੀਂ ਵਰਕ ਕਰਦੇ ਸੀ।
ਹੱਥੀਂ ਸੇਵਾ ਕਰਦੇ ਸੀ, ਕਿਉਂਕਿ ਸੇਵਾ ਦੇ ਨਾਲ ਕੁਦਰਤੀ ਐਕਸਰਸਾਈਜ਼ ਵੀ ਹੋ ਜਾਂਦੀ ਹੈ, ਮਨ ਵੀ ਸ਼ੁੱਧ ਰਹਿੰਦਾ, ਪਵਿੱਤਰ ਨਾਲ ਬਾਣੀ ਪੜ੍ਹਨੀ, ਭਜਨ ਬਾਣੀ ਕਰਨੀ। ਇੱਕ ਵਾਰੀ ਕਾਮਰੇਡ ਆ ਗਿਆ, ਫਿਰ ਰਸ਼ੀਆ ਵਾਲਿਆਂ ਦਾ ਵੀ 8 ਘੰਟੇ ਕੰਮ ਹਰੇਕ ਨੂੰ ਕਰਨਾ ਚਾਹੀਦਾ, ਵਿਹਲਾ ਨਹੀਂ ਖਾਣਾ ਚਾਹੀਦਾ। ਇੱਥੇ ਦੇਖਿਆ ਪਹਿਲਾਂ ਹੁੰਦਾ ਵੀ ਸ਼ਾਇਦ ਇਹ ਵਿਹਲੀਆਂ ਖਾਂਦੇ ਆ, ਜਿੱਲੇ ਸਾਡੇ ਸਾਧਾਂ ਨੂੰ ਦੇਖਿਆ ਕਹਿੰਦੇ 8 ਘੰਟੇ ਛੱਡ ਕੇ ਇਹ ਤਾਂ 24 ਘੰਟੇ ਲੱਗੇ ਰਹਿੰਦੇ ਆ। ਦਿਨਾਂ ਨੂੰ ਲੰਗਰ ਵੀ ਆਪ, ਖੇਤੀ ਪੱਤੀ ਵੀ ਆਪ, ਹੋਰ ਸੇਵਾਵਾਂ ਗੁਰਦੁਆਰਾ ਸਾਹਿਬ ਦੀਆਂ ਵੀ ਆਈ ਸੰਗਤ ਦੀ ਸੇਵਾ, ਅਤੇ ਰਾਤ ਨੂੰ ਜਾ ਕੇ ਭਜਨ ਬਾਣੀ ਕਰਦੇ ਆ, ਸਿਮਰਨ ਕਰਦੇ ਆ। ਕਹਿੰਦੇ ਆ ਬਿਮਾਰ ਨਹੀਂ ਹੁੰਦੇ, ਕਹਿੰਦੇ ਵੀ ਇਹਨਾਂ ਦੇ ਕੋਲ ਇੱਕ ਦਵਾਈ ਹੈਗੀ ਹੈ। ਉਹ ਕੀ ਹੈ? ਉਹ ਹੈ ਨਾਮ ਦੀ ਦਵਾਈ। ਇਸ ਕਰਕੇ ਸਰਵ ਰੋਗੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਇਸ ਕਰਕੇ ਸਾਧ ਸੰਗਤ ਜੀ, ਇਹ ਬਾਣੀ ਦੇ ਵਿੱਚ, ਸਿਮਰਨ ਦੇ ਵਿੱਚ ਬੜੀਆਂ ਬਰਕਤਾਂ, ਬੜੀਆਂ ਤਾਕਤਾਂ ਹਨ। ਵਿੱਚ ਨਾ ਕੋਈ ਕਰ ਸਕੈ। ਜਦੋਂ ਵੀ ਪਾਪ ਕਰਮ ਕਰਦਾ, ਵਿੱਚ ਵਿਚੋਲਾ ਬਣ ਕੇ ਕੋਈ ਵਿਚੋਲਗੀ ਨਹੀਂ ਕਰ ਸਕਦਾ ਹੈ। ਕਿਸ ਦਾ ਰੋਵੈ ਰੋਜ਼। ਕਿਹੜੀ ਜਗ੍ਹਾ ਜਾ ਕੇ ਰੋਜ਼ ਰੋਣਾ ਕਰੇਗਾ? ਇਹਦੇ ਰੋਣੇ ਨੂੰ ਕੌਣ ਸੁਣਦਾ, ਕੌਣ ਚੁੱਪ ਕਰਾਉਂਦਾ? ਇਹ ਤਾਂ ਭਾਈ ਜਿਵੇਂ ਹੁਣ ਸੱਤਾ ਬਲਵੰਡਾ ਹੰਕਾਰ ਵਿੱਚ ਆ ਗਏ, ਧੰਨ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਪਹਿਲੇ ਤਾਂ ਮਾਰਾ ਬਰਦਾਸ਼ਤ ਕਰ ਗਏ। ਕਹਿੰਦੇ ਸਾਡੇ ਮੁੰਡ ਨੂੰ ਹੱਥ ਪਾ ਲਿਆ ਇਹਨਾਂ ਨੇ, ਇਹ ਫਿੱਟ ਗਏ, ਇਹਨਾਂ ਨੂੰ ਮੱਥੇ ਜਿਹੜਾ ਲਾਏਗਾ ਉਹਦਾ ਵੀ ਇਹਨਾਂ ਦਾ ਮੂੰਹ ਕਾਲਾ ਕਰੇ, ਖੋਤੇ ਚੜਾ ਕੇ ਗੇੜਾ ਕਿ ਭਟਕਦੇ ਫਿਰਦੇ ਆ, ਕਿਤੇ ਢੋਈ ਨਹੀਂ। ਇਹ ਲਾਹੌਰ ਲੱਦੇ ਪਰਪਕਾਰੀ ਹੋ ਗਏ। ਉਹ ਕਹਿੰਦੇ ਮਹਾਰਾਜ ਸ਼ਰਤ ਨਹੀਂ ਹੈਗੇ, ਕਰਕੇ ਆ ਗਿਆ ਮਹਾਰਾਜ। ਕਹਿੰਦੇ ਲੱਦਿਆ ਤੂੰ ਤਾਂ ਉਵੇਂ ਆ ਜਾਂਦਾ ਤਾਂ ਵੀ ਬਖਸ਼ ਦੇਣਾ ਸੀ। ਕਹਿੰਦੇ ਮਹਾਰਾਜ ਫਿਰ ਦਰਗਾਹ 'ਚ ਮੂੰਹ ਕਾਲਾ ਹੋਣਾ ਸੀ। ਆਪ ਜੀ ਦਾ ਬਚਨ ਜੋ ਸੀ, ਦੇਖੋ ਕਿਹੋ ਜਿਹਾ ਗੁਰ ਸਿੱਖਿਆ। ਦੂਏ ਨੂੰ ਬਖਸ਼ਾਉਣ ਵਾਸਤੇ ਆਪਣਾ ਮੂੰਹ ਕਾਲਾ ਕਰ ਲੈਣਾ, ਤਨ ਸਿੱਖੀ। ਭਾਈ ਹਰਦਾਸ ਨੇ ਕਿਹਾ ਪਰਉਪਕਾਰੀ ਗੁਰੂ ਪਿਆਰੇ, ਐਸੇ ਗੁਰਸਿੱਖ ਧਨਤਾ ਯੋਗ ਹਨ। ਕੀਤਾ ਕਿਛੂ ਨਾ ਹੋਈ। ਫਿਰ ਆਪਣਾ ਆਪਾ ਕੀਤੇ ਨਾ ਕੁਝ ਵੀ ਨਹੀਂ ਬਣਦਾ। ਜੇ ਤਾਂ ਕਿ ਭੁੱਲ ਮੰਨ ਲੈ, ਗੁਰੂ ਮਹਾਰਾਜ ਦਿਆਲੂ ਆ, ਫੇਰ ਵੀ ਬਖਸ਼ ਦਿੰਦੇ ਹਨ। ਲਿਖਿਆ ਧੁਰ ਸੰਜੋਗ। ਧੁਰੋਂ ਤੋਂ ਇਹਨਾਂ ਦਾ ਸੰਜੋਗੀ ਪਾਪ ਰੂਪੀ ਕਰਮ ਲਿਖਾ ਕੇ ਆਏ। ਜਦੋਂ ਬੰਦਾ ਗਲਤੀ ਕਰ ਲੈਂਦਾ ਨਾ, ਉਹ ਫਿਰ ਬਹੁਤ ਥਾਈਂ ਘੁੰਮਦਾ, ਕਦੀ ਕੋਈ ਡਾਲੀ ਫੜਦਾ, ਕਦੀ ਕੋਈ। ਜੇ ਡਾਲੀ ਭਗਤ ਰੋ ਸੋਈ ਮੁਰਮਰ ਜਾਏ। ਆ ਦੇਖਿਆ ਇਹ ਤੁਹਾਡੇ ਸਾਹਮਣੇ ਕੌਤਕ ਹੋਇਆ ਹੀ ਆ। ਕਦੀ ਕਿਤੇ, ਕਦੀ ਕਿਤੇ ਜਾਂਦੇ ਆ, ਪਰ ਉਹ ਕਿਤਿਓਂ ਵੀ ਢੋਈ ਨਹੀਂ ਮਿਲਦੀ ਹੈ। ਅਤੇ ਜਿੱਥੇ ਗਲਤੀ ਕੀਤੀ ਉੱਥੇ ਆ ਕੇ ਮਾਫੀ ਮੰਗ ਲੈ, ਫਿਰ ਤਾਂ ਕਿਰਪਾ ਹੋ ਸਕਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜ। ਉਹ ਸੰਗਤ ਬੰਦੇ ਬਹਾਦਰ ਨੂੰ ਮੰਨਣ ਵਾਲੀ ਸੀ, ਸੋਨੀਪਤ। ਉਹ ਫਿਰ ਹਟ ਗਏ। ਉਹ ਬਿਆਸ ਵਾਲਿਆਂ ਤੋਂ ਮੰਤਰ ਲੈ ਲਿਆ, ਉੱਧਰ ਹਟ ਗਿਆ। ਉਹ ਫਿਰ ਬੁਖਾਰ ਚੜ੍ਹਿਆ ਰਹੇ ਤੇ ਹਟਿਆ ਨਾ ਕਰੇ। ਉਹ ਫਿਰ ਕਿਸੇ ਸਿਆਣੇ ਮਹਾਂਪੁਰਸ਼ ਕੋ ਗਏ ਕਿ ਸਾਡਾ ਬੁਖਾਰ ਹੀ ਨਹੀਂ ਹਟਦਾ, ਡਾਕਟਰਾਂ ਦਾ ਬੜਾ ਜ਼ੋਰ ਲਾਇਆ, ਸਾਰੇ ਥਾਂ ਘੁੰਮ ਚੁੱਕੇ। ਉਹ ਕਹਿੰਦੇ ਭਈ ਤੁਸੀਂ ਆਪਣਾ ਗੁਰੂ ਬਦਲ ਲਿਆ ਤਾਂ ਹੋਇਆ। ਫਿਰ ਉਹ ਮੁੜ ਕੇ ਨਾ ਬਾਬੇ ਬੰਦੇ ਬਹਾਦਰ ਦਾ ਸਥਾਨ ਹੈ ਰਿਆਸੀ, ਉੱਥੇ ਆ ਕੇ ਮਾਫੀ ਮੰਗੀ ਅਤੇ ਫਿਰ ਕਿਰਪਾ ਹੋਈ। ਅਤੇ ਆਪਣਾ ਵੀ ਬਾਬਾ ਜੀ ਹੈਗਾ ਸੀ ਨਾ ਸੇਵਾ ਦਾ, ਕਿਰਪਾਲ ਸਿੰਘ, ਇਹ ਵੀ ਮੰਤਰ ਲਾਇਆ ਸੀ। ਇਹਨੂੰ ਵੀ ਸ਼ਹੀਦਾਂ ਨੇ ਫਿਰ ਚੰਗਾ ਫੇਰਿਆ ਸੀ ਡੰਡਾ। ਫਿਰ ਇਹਨੂੰ ਚੱਕ ਕੇ ਨਾ ਲੈ ਗਏ। ਹਰੀ ਸਿੰਘ ਸੀ ਨਾ ਕੋਟ ਵਾਲੇ, ਉੱਥੇ ਲੈ ਗਏ। ਉਹ ਜਾਂਦਿਆਂ ਕਹਿੰਦੇ ਕਨਾਲ ਵਾਲਿਆਂ ਕੋਲ ਫਿਰਦੇ ਆ, ਫਿਰ ਮਰੱਬਿਆਂ ਵਾਲੇ ਛੱਡੀ ਫਿਰਦੇ ਆ, ਜਾਓ ਦੌੜ ਜਾਓ ਉੱਥੇ ਜਾ ਕੇ ਮਾਫੀ ਮੰਗੋ, ਅੰਮ੍ਰਿਤ ਛਕੋ। ਸੋ ਇਸ ਵਾਸਤੇ ਜਦੋਂ ਫਿਰ ਗੁਰੂ ਪੀਰ ਬਦਲਦਾ ਨਾ, ਫਿਰ ਕਈ ਵਾਰੀ ਇਹੋ ਜਿਹਾ ਹੁੰਦਾ, ਇੱਕ ਛੋਟ ਦੂਜੇ ਲੱਗੇ ਡੁੱਬੇ ਸੇ ਬਣ ਜਾ। ਤਾਂ ਹੀ ਮਾਰਨ ਕਾ ਏਕੋ ਜਪ ਏਕੋ ਸਾਲਾ ਹੈ, ਏਕ ਸਿਮਰ ਏਕੋ ਮਨ ਆਏ, ਏਕ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਹਾਂਜੀ।
ਬੜ ਭਾਗੀ ਮੇਰਾ ਪ੍ਰਭੂ ਮਿਲਾ। ਵੱਡਿਆਂ ਭਾਗਾਂ ਵਾਲਿਆਂ ਨੂੰ ਮੇਰੇ ਪ੍ਰਭੂ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਾਪਤ ਹੁੰਦੇ ਹਨ। ਅੰਤਰਾ ਸਭ ਵਿਯੋਗ। ਇਹ ਫਿਰ ਵਿਛੋੜੇ ਦੇ ਜਿੰਨੇ ਦੁੱਖ ਹਨ ਸਾਰੇ ਦੇ ਸਾਰੇ ਫਿਰ ਉਤਰ ਜਾਂਦੇ ਹਨ। ਹੁਣ ਪ੍ਰਸ਼ਨ ਕਰੋ ਕਿਵੇਂ ਉਤਰ ਜਾਂਦੇ ਆ? ਬੁਖਾਰ ਚੜ੍ਹਿਆ, ਮੱਥਾ ਦੁਖਦਾ, ਦਵਾਈ ਦਿੰਦੇ, ਉਤਰ ਜਾਂਦਾ ਕਿ ਨਹੀਂ? ਇਸੇ ਤਰ੍ਹਾਂ ਹਨੇਰਾ ਹੁੰਦਾ, ਦੀਵਾ ਬਲਦਾ, ਉਦੋਂ ਹੀ ਸਾਲਾਂ ਦਾ ਹਨੇਰਾ ਦੂਰ ਹੋ ਜਾਂਦਾ। ਅਤੇ ਜਦੋਂ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ, ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਸਾਰੀ ਤਰ੍ਹਾਂ ਦੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ। ਨਾਨਕ ਕਹੋ ਪ੍ਰਭ ਰਾਖ ਲੇ। ਇਹ ਸਤਿਗੁਰੂ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ, ਕਿਰਪਾ ਕਰਕੇ ਸਾਡੀ ਲਾਜ ਰੱਖ ਲਓ, ਸਾਡੀ ਇੱਜ਼ਤ ਰੱਖ ਲੈਣਾ ਕਰੋ। ਮੇਰੇ ਸਾਹਿਬ ਬੰਦੀ ਮੋਜ। ਇਹ ਮੇਰੇ ਸਾਹਿਬ ਸਾਡੀ ਬੰਦੀ ਜਿਹੜਾ ਜੇਲ੍ਹ ਖਾਨਾ ਇਹ ਮੋਚ ਮੈਨੇ ਕੱਟ ਦਿਓ। ਆ ਪਡੋਰੀ ਦਾ ਸੀ ਨਾ ਗੁਰਦਿਆਲ ਸਿੰਘ, ਕਤਲ ਹੋ ਗਿਆ ਸੀ, ਉਦੋਂ ਲਾਹੌਰ ਹੁੰਦੀ ਸੀ ਹਾਈ ਕੋਰਟ, ਅਤੇ ਮੁਸਲਮਾਨ ਜੱਜ ਸੀਗਾ। ਅਤੇ ਫਿਰ ਮਹਾਰਾਜ ਹੁਣ ਕਿਰਪਾ ਕਰੋ। ਅਤੇ ਜਦੋਂ ਫਿਰ ਉਹ ਫਾਂਸੀ ਲੱਗਦਾ, ਥੱਲੇ ਅੱਖਰ ਬਰੀ ਹੁੰਦੇ ਸੀ। ਉਹ ਕਹਿੰਦਾ ਬੜੇ ਜਵਾਨ ਆ, ਬੜੇ ਸੁੰਦਰ ਨੈਣ ਨਕਸ਼। ਕਹਿੰਦੇ ਜੀ ਇਹ ਸਾਡੇ ਮੁਰਸ਼ਿਦ ਆ। ਕਹਿੰਦਾ ਮੈਨੂੰ ਹੁਣ ਦਰਸ਼ਨ ਕਰਾਓ। ਜਦੋਂ ਨਹੀਂ ਬਖਸ਼ਦਾ ਮੈਂ ਕੀ ਕਰਨਾ? ਜਦੋਂ ਮਹਾਰਾਜ ਫਿਰ ਲਾਹੌਰ ਗਏ, ਫਿਰ ਉਹ ਸੈਸ਼ਨ ਜੱਜ ਮਹਾਰਾਜ ਦੇ ਚਰਨਾਂ 'ਚ ਆਇਆ, ਕਹਿਣ ਲੱਗੇ ਇਹੀ ਤਾਂ ਸੀਗੇ, ਪਰ ਜੇ ਕੋਈ ਸ਼ਰਨ ਗ੍ਰਹਿਣ ਕਰ ਲੈ, ਰੱਬ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੈ ਸੁਖ ਪਾਇ, ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ। ਧੰਨ ਗੁਰੂ ਨਾਨਕ ਪਾਤਸ਼ਾਹ ਉਹਨੇ ਆਪਣੇ ਸੇਵਾਦਾਰਾਂ 'ਚ ਵੀ ਐਸੀਆਂ ਕਲਾ ਰੱਖੀਆਂ। ਉਹ ਸਾਹਿਬ ਬੰਦੀ ਜੇਲ੍ਹਾਂ ਦੇ ਜਿਹੜੇ ਬੰਧਨ ਕੱਟ ਦਿੰਦੇ ਆ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗੇ ਕੇ ਨਾਨਕ ਗੂੜਾ, ਰੰਗ ਪਾਹੇ ਕਾਟੇ ਮਿਟੇ ਗਵਨ, ਫਤਿਹ ਪਈ ਮਨ ਜੀਤ, ਨਾਨਕ ਗੁਰ ਤੇ ਥਿਤ ਪਈ ਫਿਰਨ ਮਿਟੈ ਨਿਤ ਨੀਤ। ਆ ਸਿਮਰਨ ਜੀ ਮਾਨ ਇਹਦਾ ਪਿਤਾ ਮਹਾਂਪੁਰਖਾਂ ਦਾ ਸ਼ਰਧਾਲੂ ਸੀ ਨਾ, ਜਦੋਂ ਇਹਦੇ 'ਤੇ ਹੋਈ ਹੈ ਉਦੋਂ ਇਹ ਬਾਬਾ ਜੀ ਨੇ ਸੇਵਾਦਾਰ ਭੇਜਿਆ ਸੀ ਕਿ ਆਹ ਸ਼ਬਦ ਦਾ ਜਾਪ ਕਰੇ। ਅਤੇ ਫਲਾਣੇ ਸੇਵਾਦਾਰ ਨੂੰ ਮਹਾਰਾਜ ਨੇ ਇਹ ਦੱਸਿਆ ਸੀ। ਅਤੇ ਮੈਨੂੰ ਇੱਕ ਵਾਰੀ ਮਿਲੇ, ਮੈਂ ਮਾਨ ਸਾਹਿਬ ਵੀ ਉਹ ਸ਼ਬਦ ਤਾਂ ਦੱਸ ਦਿਓ ਕਿਹੜਾ ਸੀ? ਕਹਿੰਦੇ ਹੁਣ ਚੇਤਾ ਭੁੱਲ ਜਾਂਦਾ। ਸ਼ਬਦ ਤਾਂ ਬਾਣੀ ਦਾ ਕੋਈ ਵੀ ਸਾਰੀ ਕੀਮਤੀ ਹੈ, ਜਿਹਨੂੰ ਵੀ ਸ਼ਰਧਾ ਨਾਲ ਜਪ ਲਈਏ। ਬਾਕੀ ਮਹਾਂਪੁਰਖ ਆਪਣੀ ਵੀ ਨਾਲ ਮਿਹਰ ਕਰਨ ਹੁੰਦਾ। ਹਾਂਜੀ। ਕੱਤਕ ਦੇ ਮਹੀਨੇ ਕਹਿੰਦੇ ਜੇ ਸਾਧੂ ਜਨਾਂ ਮਹਾਂਪੁਰਖਾਂ ਦੀ ਸੰਗਤ ਮਿਲ ਜਾਏ, ਜਿੰਨੀਆਂ ਵੀ ਸੋਚਾਂ ਚਿੰਤਾ ਆ ਉਹ ਸਾਰੀਆਂ, ਕਿੱਥੋਂ ਖਾਵਾਂਗੇ, ਪਹਿਨਾਂਗੇ, ਕਿੱਥੇ ਰਹਾਂਗੇ, ਕਿਵੇਂ ਹੋਏਗਾ, ਉਹ ਸਾਰੀਆਂ ਸੋਚਾਂ ਖਤਮ ਹੋ ਜਾਂਦੀਆਂ, ਨਾਸ ਹੋ ਜਾਂਦੀਆਂ ਹਨ। ਪਰ ਇਹ ਸਤਸੰਗੀਓ, ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ, ਮਹੀਨਾ ਆਰੰਭ ਹੋਇਆ, ਉਸ ਦੀ ਵਿਚਾਰਧਾਰਾ ਔਰ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਦੇ ਯਾਦ ਨੂੰ ਮੁੱਖ ਰੱਖਦਿਆਂ ਕੁਝ ਉਹਨਾਂ ਦੇ ਪਿਆਰੇ ਬਚਨ ਆਪ ਜੀ ਨੂੰ ਸ਼ਰਵਣ ਕਰਾਏ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਦੇਖੋ ਮਹਾਂਪੁਰਖਾਂ ਦੇ ਕੌਤਕ ਹੈ। 28 ਅੱਸੂ ਨੂੰ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਸੱਚਖੰਡ, ਪੂਰੇ 1 ਮਹੀਨੇ ਬਾਅਦ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਗਏ ਆ। ਅੱਜ ਇੱਕ ਦਿਨ ਮਹੀਨਾ ਚੜ੍ਹ ਗਿਆ ਅਤੇ ਪਹਿਲਾਂ ਪਾਠ ਆਰੰਭ ਹੁੰਦੇ ਆ। ਆਪਣੇ ਕੋਲ ਗਿਣਤੀ ਦੇ ਦਿਨ ਆ ਮਹਾਂਪੁਰਖਾਂ ਦੀ ਬਰਸੀ ਦੇ, ਜਿਵੇਂ ਸੰਗਤਾਂ ਹਰ ਸਾਲ ਆ ਕੇ ਸੇਵਾ ਕਰਦੀਆਂ, ਇਸੇ ਤਰ੍ਹਾਂ ਸੇਵਾ ਕਰਕੇ ਲਾਹੇ ਲੈਣੇ ਆ। ਅਤੇ ਬਾਬਾ ਅਮਰਜੀਤ ਸਿੰਘ ਜੀ ਨੂੰ ਸਾਰੇ ਸੇਵਾਦਾਰ ਜਿਵੇਂ ਸੰਗਤ ਸਹਿਯੋਗ ਦਿੰਦੀ ਹੈ, ਇਹ ਮਹਾਂਪੁਰਖਾਂ ਦੀ ਜਿਹੜੀ ਬਰਸੀ ਹੈ ਉਹ ਪਿਆਰ ਨਾਲ ਮਨਾਉਣੀ ਹੈ। ਅੱਗੇ ਤੋਂ ਬਰਸੀ 'ਤੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਵਾਤਾਵਰਨ ਹੋਇਆ ਸੀ, ਅਤੇ ਮਹਾਰਾਜ ਆਪ ਸਮਰੱਥ
वो फिर अपनी लज्जा आप ही रखते हैं, किरपा करते हैं। सेवादारां की भी संगत के सिर पर भी मेहर भरिया हथ रख के, हाँ जी, मेरा गुर रखवाला हुआ किरपा कर दे। तो प्यार के नाल बरसी मना के महापुरखों ने खुशियाँ प्राप्त करनिया। आई संगत नूं जी आया। महाराज किरपा करन, सबनूं नामदान सिੱਖੀ सदक भरोसा तंदुरुस्ती बख्शिश करन। प्रबंधकों का संगतां का सारियां दा धन्नवाद। और पंथ विच एकता पाक चढ़दी कला बख्शिश करन। वाहिगुरू जी का खालसा, वाहिगुरू जी की फतेह। आप जी ने महापुरखों की रचना तो कर्कट का महीना चढ़िया है, इस संबंध में गुरबाणी कथा आप जी ने श्रवण की है, सो ਤੁਹਾਡਾ ਸਾਰਿਆਂ ਦਾ ਧੰਨਵਾਦ। और जाने तो आपने की रखवाई उसके लिए आया। उस तो पहला मैं आप जी को बेनती करा कि महापुरखों ने बेनती कर भी दी है कि श्रीमान संत बाबा मनजीत सिंह साहब जी आप जी को दसिया करते सन, ये जो कर्कट का महीना है, ये 28 कर्कट को महापुरखों ने श्रीमान संत बाबा ज्वाला सिंह महाराज जी जिन्होंने अपना तन भौतिक शरीर अलोप किया से, वो जो गुरमुख समागम है वो आ रहा है। सो 11 नवंबर आप श्री अखंड पाठ साहब की रख रहे हैं, रखे हुए हैं, घड़ी चल रही है।